अम्मी कोई नहीं है, कोई नहीं है। अब्बा कोई नहीं है, कोई नहीं है। भैया नु की होया? पता नहीं यार, नफसियाती बीमारी लगती है। अच्छा यार, मैंने एक बहुत अच्छे डॉक्टर साहब तो पता है, इन्होंने को ना लगा चलिए। चलो चलिए यार। अस्सलाम वालेकुम डॉक्टर साहब। जी भाई की है? डॉक्टर साहब ए मुंडे ने मिर्जा जेलमी दी एक वीडियो देखी, उस तो बाद मां प्यो नु गाना कड्डी जा रहे। नहीं यार, इस तरह नहीं हो सकता। मिर्जा जेलमी साहब एक बहुत अच्छे दीनी स्कॉलर ने, फिर भी वो केड़ी वीडियो है? डॉक्टर साहब ए देखो जरा। मम्मी केड़ी शायद है, मैं दूध नहीं बख्शांगी। वो तेरा दूध तो है ही नहीं था, तुम तो अपने चक्करों में थे। अल्लाह ने औलाद दे दी। अच्छा, ये ते बहुत एक मुजी मरज का शिकार हो गया वे। इस मरज ਨੂੰ ਕਲਟ ਆਫ ਪਰਸਨੈਲਿਟੀ ਕਿਹਾ ਜਾਂਦਾ ਵੇ। ਡਾਕਟਰ ਸਾਹਿਬ ਇਹਨੂੰ ਕੋਈ ਵੀ ਘਰ ਦਾ ਕੰਮ ਕਹੋ ਨਾ, ਤੇ ਮਾਂ ਪਿਓ ਨੂੰ ਕਹਿੰਦਾ ਤੁਸੀਂ ਤੇ ਮਜ਼ੇ ਲੈ ਰਹੇ ਸੀ, ਆਪੇ ਹੀ ਭੁਗਤੋ। ਡਾਕਟਰ ਸਾਹਿਬ ਇਹਨੇ ਜਦੋਂ ਦੀ ਇਹ ਵੀਡੀਓ ਵੇਖੀ ਹੈ ਨਾ, ਆਪਣੇ ਮਾਂ ਪਿਓ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਦਾ, ਖਾਸ ਤੌਰ ਤੇ ਅੰਮੀ ਨੂੰ ਗਾਲਾਂ ਕੱਢਦਾ। ਜਦੋਂ ਵੀ ਇਹਨੂੰ ਕੋਈ ਘਰ ਦਾ ਕੰਮ ਕਹਿੰਦੇ ਨੇ ਨਾ, ਜਾਂ ਬਾਹਰ ਦੁਕਾਨ ਤੇ ਭੇਜਦੇ ਨੇ, ਇਹ ਕਹਿੰਦਾ ਤੁਸੀਂ ਆਪੇ ਹੀ ਕਰੋ, ਤੇ ਉਸ ਤੋਂ ਬਾਅਦ ਫਿਰ ਮੋਬਾਈਲ ਤੇ ਮਿਰਜ਼ਾ ਜੇਲਵੀ ਦੇ ਵੀਡੀਓ ਵੇਖਣਾ ਸ਼ੁਰੂ ਕਰ ਦਿੰਦਾ। ਡਾਕਟਰ ਸਾਹਿਬ ਸਾਡੇ ਮਹੱਲੇ ਵਿੱਚ ਇੰਜ ਦੇ ਹੋਰ ਵੀ ਮੁੰਡੇ ਆਏ ਨੇ ਜਿਹੜੇ ਮਾਂ ਪਿਓ ਦੀ ਬੇਅਦਬੀ ਕਰਦੇ, ਤੇ ਜਦੋਂ ਅਸੀਂ ਇਹਨਾਂ ਦਾ ਬੈਕਗ੍ਰਾਉਂਡ ਪਤਾ ਲਵਾਉਂਦੇ ਆ ਤੇ ਪਤਾ ਲੱਗਦਾ ਮਿਰਜ਼ਾ ਜੇਲਵੀ ਦੇ ਫਾਲੋਅਰ ਨੇ। अच्छा, मैं समझ गया वहाँ। यह बीमारी पाकिस्तान च बहुत आम हो गई है। हर दूसरा तीसरा शख्स इस बीमारी का शिकार है। कल्ट ऑफ परसनैलिटी इस बीमारी ਨੂੰ ਕਿਹਾ ਜਾਂਦਾ ਹੈ ਕਿ ਆਪਣੇ ਲੀਡਰ ਤੋਂ ਇਲਾਵਾ ਦੂਸਰਾ ਹੋਰ ਕੋਈ ਚੀਜ਼ ਨਜ਼ਰ ਹੀ ਨਹੀਂ ਆਉਂਦੀ, ਤੇ ਇਹ ਬਿਮਾਰੀ ਇੱਕ ਤਰ੍ਹਾਂ ਦੀ ਲਾਇਲਾਜ ਬਿਮਾਰੀ ਹੈ। 100 ਦੇ ਵਿੱਚੋਂ 1-2% ਲੋਕ ਹੀ ਐਸੇ ਨੇ ਜਿਹੜੇ ਇਸ ਬਿਮਾਰੀ ਤੋਂ ਸ਼ਿਫਾਯਾਬ ਹੋ ਜਾਂਦੇ ਨੇ। ਬਾਕੀ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਬੰਦਾ ਸਹੀ ਹੋ। ਇੱਕ ਗੱਲ ਮੈਂ ਬੜੀ ਓਨੈਸਟਲੀ ਕਰਾਂਗਾ, ਤੁਸੀਂ ਆਏ ਸੋ ਮੇਰੇ ਕੋਲ ਇਹਦਾ ਇਲਾਜ ਕਰਵਾਉਣ, ਲੇਕਿਨ ਤੁਸੀਂ ਮੇਰੇ ਅੱਗੇ ਉਹ ਹਕੀਕਤ ਆਸ਼ਕਾਰ ਕਰਕੇ ਚੱਲੇ ਹੋ ਕਿ ਜਿਹਦਾ ਮੈਨੂੰ ਪਹਿਲੇ ਨਹੀਂ ਸੀ ਪਤਾ। ਮੈਂ ਮਿਰਜ਼ਾ ਜੇਲਮੀ ਨੂੰ ਬੜਾ ਅੱਛਾ ਸਕਾਲਰ ਸਮਝਦਾ ਸੀ, ਲੇਕਿਨ ਇਸਲਾਮ ਦੇ ਖਿਲਾਫ ਤੇ ਉਹ ਕੰਮ ਕਰ ਹੀ ਰਿਹਾ ਸੀ, ਔਲੀਆ ਇਕਰਾਮ ਦੇ ਖਿਲਾਫ, ਬਜ਼ੁਰਗਾਂ ਦੇ ਖਿਲਾਫ। ਅੱਜ ਮੈਨੂੰ ਪਤਾ ਚੱਲਿਆ ਵੇ ਕਿ ਉਹ ਖਾਨਦਾਨੀ ਨਿਜ਼ਾਮ ਜਿਹੜਾ ਹੈਗਾ ਉਹਦੇ ਉੱਤੇ ਵੀ ਉਹਨੂੰ ਵੀ ਡੈਮੇਜ ਕੀਤਾ ਹੈ। ਹਾਲਾਤ ਸਾਡੇ ਸਾਹਮਣੇ ਨੇ, ਤੇ ਸਾਡੇ ਮੁਆਸ਼ਰੇ ਦੇ ਵਿੱਚ ਤੁਸੀਂ ਦੇਖ ਲਓ, ਹਰ ਘਰ ਦੀ ਇਹ ਕਹਾਣੀ ਹੈ। ਯੰਗ ਏਜ ਦੇ ਬੱਚੇ 15 ਤੋਂ ਲੈ ਕੇ 19 ਸਾਲ ਤੱਕ ਕੱਚੇ ਜ਼ਿਹਨ ਦੇ ਬੱਚੇ ਹੁੰਦੇ ਨੇ। ਖਾਸ ਤੌਰ ਤੇ ਇਹ ਬੱਚੇ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ, ਔਰ ਮੈਂ ਪੂਰੇ ਦਾਅਵੇ ਦੇ ਨਾਲ ਕਹਿਣਾ, ਇਸ ਏਜ ਦਾ ਕੋਈ ਵੀ ਬੱਚਾ ਤੁਹਾਡੇ ਮੁਆਸ਼ਰੇ ਦੇ ਵਿੱਚ ਹੈ ਔਰ ਉਹ ਗਲਤ ਲੈਂਗੁਏਜ ਯੂਜ਼ ਕਰ ਰਿਹਾ ਹੈ, ਉਹ ਗਾਲਮ ਗਲੋਚ ਕਰ ਰਿਹਾ, ਵਾਲਿदैन ਦੀ ਇੱਜ਼ਤ ਨਹੀਂ ਕਰ ਰਿਹਾ, ਔਰ ਤੁਸੀਂ ਉਹਦੀ ਇਨਵੈਸਟੀਗੇਸ਼ਨ ਕਰਕੇ ਵੇਖਣਾ ਮਿਰਜ਼ਾ ਜੇਲਮੀ ਦਾ ਫਾਲੋਵਰ ਹੋਏਗਾ। ਬਾਕੀ ਮੈਂ ਕੁਝ ਹਿਦਾਇਤ ਲਿਖ ਕੇ ਦੇਣਾ ਵਾ, ਉਹਨਾਂ ਤੇ ਅਮਲ ਕਰੋ ਔਰ ਇਹਨੂੰ YouTube ਤੋਂ ਔਰ ਮਿਰਜ਼ਾ ਜੇਲਮੀ ਤੋਂ ਦੂਰ ਰੱਖੋ। ਬਹੁਤ ਹੀ ਹੈਰਾਨ ਸੂਰਤ ਹਾਲ ਹੈ ਕਿ ਇਹ ਵਾਲਿदैन ਦੇ ਅੱਗੇ ਔਰ ਵਾਲਦਾ ਨੂੰ ਮਤਲਬ ਗਾਲਮ ਗਲੋਚ ਕਰ ਰਿਹਾ ਵੇ, ਤੇ ਵਾਲਿदैन ਦੇ ਬਾਰੇ ਤੇ ਇਹ ਕਿਹਾ ਗਿਆ ਹੈ ਕਿ ਇਹਨਾਂ ਨੂੰ ਉਫ ਤੱਕ ਨਾ ਕਹੋ। ਤੇ ਇਹ ਕਿਹੜੀ ਜਨਰੇਸ਼ਨ ਤਿਆਰ ਕਰ ਰਿਹਾ ਹੈ। ਅੱਲਾ ਮਾਫ करे। अल्लाह ताला ਤੁਹਾਨੂੰ ਔਰ ਸਾਨੂੰ ਆਪਣੀ ਹਿਫਜ਼-ਓ-ਅਮਾਨ 'ਚ ਰੱਖੇ।